गुड मॉर्निंग स्टूडेंट। ਅੱਜ ਅਸੀਂ ਕਰਨ ਜਾ ਰਹੇ ਹਾਂ ਪੰਜਾਬੀ ਵਿਆਕਰਣ ਅਤੇ ਲੇਖ ਰਚਨਾ ਕਲਾਸ 8th ਨਿਊ ਐਡੀਸ਼ਨ 2020। ਬੇਟਾ ਇਹਦੇ ਪੇਜ ਨੰਬਰ ਤੁਸੀਂ ਆ ਜਾਓ ਲੇਖ ਰਚਨਾ ਪੇਜ ਨੰਬਰ 155 ਲੇਖ ਰਚਨਾ। ਲੇਖ ਲਿਖਣਾ ਇੱਕ ਪ੍ਰਕਾਰ ਦੀ ਕਲਾ ਹੈ। ਇਹ ਕਲਾ ਲਗਾਤਾਰ ਅਭਿਆਸ ਕਰਨ ਨਾਲ ਹੀ ਆਉਂਦੀ ਹੈ। ਇਸ ਲਈ ਲੇਖ ਲਿਖਣ ਤੋਂ ਪਹਿਲਾਂ ਉਸ ਬਾਰੇ ਇਹ ਸਮਝ ਲੈਣਾ ਜ਼ਰੂਰੀ ਹੁੰਦਾ ਹੈ ਕਿ ਲੇਖ ਕਿਸ ਬਾਰੇ ਹੈ ਤੇ ਕਿਸ ਤਰ੍ਹਾਂ ਲਿਖਣਾ ਚਾਹੀਦਾ। ਲੇਖ ਨੂੰ ਨਿਬੰਧ ਵੀ ਆਖਦੇ ਹਨ, ਜਿਸ ਦਾ ਅਰਥ ਹੈ ਚੰਗੀ ਤਰ੍ਹਾਂ ਬੰਨ੍ਹਣਾ। ਆਪਣੇ ਵਿਚਾਰਾਂ ਨੂੰ ਛੋਟੇ-ਛੋਟੇ ਵਾਕਾਂ ਵਿੱਚ ਬੰਨ੍ਹ ਕੇ ਪ੍ਰਗਟ ਕਰਨ ਦਾ ਨਾਂ ਨਿਬੰਧ ਹੈ। ਲੇਖ ਰਚਨਾ ਕਰਨ ਲਈ ਕੁਝ ਜ਼ਰੂਰੀ ਗੱਲਾਂ ਤਰਤੀਬ ਦੇ ਕੇ ਲਿਖਣਾ ਇੱਕ ਚੰਗੇ ਲੇਖ ਦੀ ਨਿਸ਼ਾਨੀ ਹੁੰਦੀ ਹੈ। ਲੇਖ ਦਾ ਜਿੱਥੇ ਨਵਾਂ ਵਿਚਾਰ ਸ਼ੁਰੂ ਹੋਵੇ ਉੱਥੇ ਨਵਾਂ ਪੈਰਾ ਸ਼ੁਰੂ ਕਰੋ। ਲੇਖ ਵਿੱਚ ਲੋੜ ਅਨੁਸਾਰ ਨਵੇਂ ਸ਼ਬਦ ਅਤੇ ਮੁਹਾਵਰਿਆਂ ਦੀ ਵਰਤੋਂ ਕਰੋ। ਲੇਖ ਦੇ ਵਾਕ ਛੋਟੇ-ਛੋਟੇ ਅਤੇ ਭਾਵਪੂਰਨ ਹੋਣ। ਲੇਖ ਦੀ ਬੋਲੀ ਸਰਲ, ਸੌਖੀ ਤੇ ਮੁਹਾਵਰੇਦਾਰ ਹੋਵੇ। ਲੇਖ ਲਿਖਦੇ ਸਮੇਂ ਸ਼ਬਦ ਜੋੜਾਂ ਦਾ ਖਾਸ ਧਿਆਨ ਰੱਖਿਆ ਜਾਵੇ। ਲੇਖ ਲਿਖਦੇ ਸਮੇਂ ਵਿਸ਼ਰਾਮ ਚਿੰਨ੍ਹਾਂ ਦੀ ਵਰਤੋਂ ਦਾ ਧਿਆਨ ਰੱਖਿਆ ਜਾਵੇ। ਲੇਖ ਖਤਮ ਕਰਨ ਤੋਂ ਮਗਰੋਂ ਉਸ ਨੂੰ ਇੱਕ ਵਾਰ ਮੁੜ ਪੜ੍ਹੋ ਅਤੇ ਗਲਤੀਆਂ ਠੀਕ ਕਰੋ। ਲੇਖ ਦੀਆਂ ਕਿਸਮਾਂ ਬੇਟਾ ਲੇਖ 4 ਕਿਸਮ ਦੇ ਹੁੰਦੇ ਹਨ। ਬ੍ਰਿਤਾਂਤ ਲੇਖ, ਇਸ ਵਿੱਚ ਜੀਵਨੀਆਂ, ਯਾਤਰਾਵਾਂ, ਇਤਿਹਾਸ ਨਾਲ ਸੰਬੰਧਿਤ ਵਿਸ਼ੇ ਆਉਂਦੇ ਹਨ। ਸਕੂਲ ਪੱਧਰ ਤੇ ਕੀਤੀਆਂ ਜਾਂਦੀਆਂ ਯਾਤਰਾਵਾਂ ਆਦਿ ਦੇ ਵਿਸ਼ੇ ਲਏ ਜਾਂਦੇ ਹਨ। ਵਿਚਾਰਾਤਮਕ ਲੇਖ, ਅਜਿਹੇ ਲੇਖ ਗੁਰਬਾਣੀ ਦੀਆਂ ਤੁਕਾਂ ਅਤੇ ਕਿਸੇ ਅਖਾਣ ਜਾਂ ਸੂਖਮ ਵਿਸ਼ੇ ਆਦਿ ਆਧਾਰਿਤ ਹੁੰਦੇ ਹਨ। ਵਰਣਨਾਤਮਕ ਲੇਖ, ਅਜਿਹੀ ਕਿਸਮ ਦੇ ਲੇਖ ਵਿੱਚ ਕਿਸੇ ਅੱਖੀ ਡਿੱਠੇ ਚੀਜ਼ ਦੀ ਵਰਣਨ ਨਾਲ ਸੰਬੰਧਿਤ ਵਿਸ਼ੇ ਹੁੰਦੇ ਹਨ। ਭਾਵਾਤਮਕ ਲੇਖ, ਭਾਵਾਤਮਕ ਲੇਖ ਵਿੱਚ ਜਿਹੜੇ ਜਜ਼ਬੇ, ਭਾਵਨਾ ਆਦਿ ਤੇ ਆਧਾਰਿਤ ਹੁੰਦੇ ਹਨ। ਠੀਕ ਆ। ਉਸ ਤੋਂ ਬਾਅਦ ਆ ਜਾਓ ਤੁਸੀਂ ਪੇਜ ਨੰਬਰ 158 ਸ਼ਹੀਦ ਭਗਤ ਸਿੰਘ। ਜਦੋਂ ਡੁੱਲਣਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ, ਰੰਬਿਆਂ ਨਾਲ ਖੋਪਰ ਲਹਿੰਦੇ ਤਾਂ ਤਦਬੀਰ ਬਦਲਦੀ ਕੌਮਾਂ ਦੀ। ਇਹਦੇ ਤੇ 31 ਮਈ 2020 ਫਸਟ ਟਰਮ ਟਿਕ ਕਰ ਲਓ। ਜਾਣ ਪਛਾਣ, ਕਿਸੇ ਕੌਮ ਲਈ ਆਪਣੀ ਜਾਨ ਦੇਣ ਵਾਲੇ ਵਿਅਕਤੀ ਨੂੰ ਸ਼ਹੀਦ ਆਖਿਆ ਜਾਂਦਾ ਹੈ। ਭਾਰਤ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦ ਕਰਾਉਣ ਲਈ ਬਹੁਤ ਸਾਰੇ ਦੇਸ਼ਵਾਸੀਆਂ ਨੂੰ ਆਪਣੀਆਂ ਜਾਨਾਂ ਵਾਰਨੀਆਂ ਪਈਆਂ। ਇਹਨਾਂ ਸ਼ਹੀਦਾਂ ਵਿੱਚੋਂ ਭਗਤ ਸਿੰਘ ਦਾ ਨਾਂ ਧਰੂ ਤਾਰੇ ਵਾਂਗ ਚਮਕਦਾ ਹੈ। ਉਸ ਤੋਂ ਬਾਅਦ ਜਨਮ ਅਤੇ ਮਾਤਾ ਪਿਤਾ ਬਾਰੇ ਆ ਜਾਓ। ਸਰਦਾਰ ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਪਿੰਡ ਬੰਗਾ ਚੱਕ ਨੰਬਰ 105 ਜ਼ਿਲ੍ਹਾ ਲਾਇਲਪੁਰ ਪਾਕਿਸਤਾਨ ਵਿਖੇ ਹੋਇਆ। ਪਾਕਿਸਤਾਨ ਵਿੱਚ ਹੈ। ਪਿਤਾ ਕਿਸ਼ਨ ਸਿੰਘ, ਚਾਚਾ ਅਜੀਤ ਸਿੰਘ ਤੇ ਸਵਰਨ ਸਿੰਘ ਨੂੰ ਅਚਾਨਕ ਉਸੇ ਦਿਨ ਜੇਲ੍ਹ ਵਿੱਚੋਂ ਰਿਹਾਈ ਮਿਲੀ ਸੀ। ਇਸ ਲਈ ਦਾਦੀ ਜੈ ਕੌਰ ਨੇ ਪਹਿਲਾਂ ਇਸ ਬਾਲਕ ਦਾ ਨਾਂ ਭਾਗਾਵਾਲਾ ਅਤੇ ਬਾਅਦ ਵਿੱਚ ਭਗਤ ਸਿੰਘ ਰੱਖ ਦਿੱਤਾ। ਵਿਦਿਆ ਪ੍ਰਾਪਤੀ, ਆਪ ਨੇ ਮੁੱਢਲੀ ਵਿਦਿਆ ਆਪਣੇ ਦਾਦਾ ਜੀ ਕੋਲ ਖਟਕੜ ਕਲਾਂ ਵਿੱਚ ਪ੍ਰਾਪਤ ਕੀਤੀ। ਆਪ ਨੂੰ ਡੀਏਵੀ ਹਾਈ ਸਕੂਲ ਤੋਂ 10ਵੀਂ ਪਾਸ ਕੀਤੀ ਅਤੇ ਉਪਰੰਤ ਬੀਏ ਕਰਨ ਲਈ ਨੈਸ਼ਨਲ ਕਾਲਜ ਲਾਹੌਰ ਵਿੱਚ ਪੜ੍ਹਨ ਲੱਗ ਪਏ। ਆਜ਼ਾਦੀ ਦੇ ਜਜ਼ਬੇ ਨੂੰ ਵੇਖ ਕੇ ਕਾਲਜ ਵਿੱਚ ਹੀ ਪੁਲਿਸ ਆਪ ਦੀ ਜਾਸੂਸੀ ਕਰਨ ਲੱਗੀ, ਪਰ ਆਪ ਨਹੀਂ ਘਬਰਾਏ। ਮਾਪਿਆਂ ਨੇ ਆਪ ਦਾ ਵਿਆਹ ਕਰਨਾ ਚਾਹਿਆ, ਪਰ ਆਪ ਪੜ੍ਹਾਈ ਛੱਡ ਕੇ ਆਜ਼ਾਦੀ ਪ੍ਰਾਪਤ ਕਰਨ ਲਈ ਘਰੋਂ ਨਿਕਲ ਕੇ ਕਾਨਪੁਰ ਪੁੱਜ ਗਏ। ਰਾਜਸੀ ਜੀਵਨ, ਕਾਲਜ ਤੋਂ ਨਿਕਲਣ ਤੇ ਆਪ ਕਾਨਪੁਰ ਚਲੇ ਗਏ। ਕਾਨਪੁਰ ਵਿੱਚ ਆਪ ਦੀ ਮੁਲਾਕਾਤ ਕ੍ਰਾਂਤੀਕਾਰੀ ਚੰਦਰ ਸ਼ੇਖਰ ਆਜ਼ਾਦ ਨਾਲ ਹੋਈ। ਆਪ ਨੇ ਇੱਥੇ ਇੱਕ ਅਖਬਾਰ ਦੇ ਦਫ਼ਤਰ ਵਿੱਚ ਵੀ ਕੰਮ ਕੀਤਾ। ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ, ਅੰਗਰੇਜ਼ ਸਰਕਾਰ ਨੇ ਸਾਈਮਨ ਕਮਿਸ਼ਨ ਦਾ ਵਿਰੋਧ ਕਰਦੇ ਪ੍ਰਸਿੱਧ ਨੇਤਾ ਲਾਲਾ ਲਾਜਪਤ ਰਾਏ ਨੂੰ ਲਾਠੀਆਂ ਮਾਰ ਕੇ ਸ਼ਹੀਦ ਕਰ ਦਿੱਤਾ। ਭਗਤ ਸਿੰਘ ਤੇ ਉਸਦੇ ਸਾਥੀਆਂ ਨੇ ਸਕਾਟ ਨੂੰ ਮਾਰ ਕੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਦਾ ਪ੍ਰਣ ਕੀਤਾ, ਪਰੰਤੂ ਸਕਾਟ ਦੀ ਥਾਂ ਸਾਂਡਰਸ ਗੋਲੀ ਦਾ ਨਿਸ਼ਾਨਾ ਬਣ ਗਿਆ। ਪੁਲਿਸ ਇਹਨਾਂ ਦੇ ਪਿੱਛੇ ਲੱਗ ਕੇ ਇਹਨਾਂ ਦੀ ਭਾਲ ਕਰਨ ਲੱਗੀ। ਭਗਤ ਸਿੰਘ, ਰਾਜਗੁਰੂ ਤੇ ਚੰਦਰ ਸ਼ੇਖਰ ਆਜ਼ਾਦ ਗੋਲੀਆਂ ਚਲਾਉਂਦੇ ਹੋਏ ਬਚ ਕੇ ਬਾਹਰ ਨਿਕਲ ਗਏ। ਜਾਣ ਤੋਂ ਪਹਿਲਾਂ ਉਹ ਉੱਥੇ ਇਸ਼ਤਿਹਾਰ ਸੁੱਟ ਗਏ, ਜਿਨ੍ਹਾਂ ਤੇ ਸਾਂਡਰਸ ਦੇ ਕਤਲ ਦਾ ਕਾਰਨ ਸਪਸ਼ਟ ਕੀਤਾ ਹੋਇਆ ਸੀ। ਉਸ ਰਾਤ ਭਗਤ ਸਿੰਘ ਵਾਲ ਕਟਾ ਕੇ ਸਿਰ ਤੇ ਹੈਟ ਪਹਿਨ ਕੇ ਦੁਰਗਾ ਭਾਬੀ ਦੀ ਸਹਾਇਤਾ ਨਾਲ ਕਲਕੱਤੇ ਵਾਲੀ ਗੱਡੀ ਚੜ ਗਏ। ਇਹਦੇ ਵਿੱਚ ਤੋਂ ਉਹਨਾਂ ਨੇ ਲਾਲਾ ਲਾਜਪਤ ਰਾਏ ਦੀ ਬਦਲੇ ਬਾਰੇ ਲਿਖਿਆ। ਉਹਨਾਂ ਦੀ ਮੌਤ ਦਾ ਬਦਲਾ ਉਹਨਾਂ ਨੇ ਕਿਸ ਤਰ੍ਹਾਂ ਲਿਆ ਸੀਗਾ। ਠੀਕ ਹੈ। ਤੇ ਉਸ ਤੋਂ ਬਾਅਦ ਅਸੈਂਬਲੀ ਹਾਲ ਵਿੱਚ ਬੰਬ ਸੁੱਟਣਾ। 8 ਅਪ੍ਰੈਲ 1929 ਨੂੰ ਵਾਇਸਰਾਏ ਨੇ ਅਸੈਂਬਲੀ ਹਾਲ ਵਿੱਚ ਇੱਕ ਲੋਕ ਵਿਰੋਧੀ ਬਿੱਲਾਂ ਨੂੰ ਆਪਣੇ ਖਾਸ ਅਧਿਕਾਰਾਂ ਰਾਹੀਂ ਪਾਸ ਕਰਨਾ ਸੀ, ਪਰੰਤੂ ਆਪ ਨੇ ਬੀਕੇ ਦੱਤ ਨਾਲ ਰਲ ਕੇ ਅਸੈਂਬਲੀ ਹਾਲ ਵਿੱਚ ਧਮਾਕੇਦਾਰ ਬੰਬ ਸੁੱਟ ਕੇ ਅੰਗਰੇਜ਼ੀ ਸਰਕਾਰ ਨੂੰ ਹੱਥਾਂ ਪੈਰਾਂ ਦੀਆਂ ਪਾ ਦਿੱਤੀਆਂ। ਭਗਤ ਸਿੰਘ ਤੇ ਬੀਕੇ ਦੱਤ ਉੱਥੇ ਭੱਜੇ ਨਹੀਂ, ਸਗੋਂ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਾਉਂਦੇ ਹੋਏ ਗ੍ਰਿਫਤਾਰੀ ਦੇ ਦਿੱਤੀ। ਮੁਕੱਦਮਾ ਚੱਲਣਾ, ਭਗਤ ਸਿੰਘ ਨੇ ਉਹਨਾਂ ਦੇ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਮੁਕੱਦਮਾ ਚਲਾਇਆ ਗਿਆ। ਇਸ ਵਿੱਚ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। ਫਾਂਸੀ ਦੀ ਸਜ਼ਾ ਸੁਣ ਕੇ ਆਪ ਘਬਰਾਏ ਨਹੀਂ, ਬਲਕਿ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਾਉਂਦਿਆਂ ਗੂੰਗੀ ਤੇ ਬੋਲੀ ਸਰਕਾਰ ਨੂੰ ਦੱਸ ਦਿੱਤਾ ਕਿ ਭਾਰਤ ਹੁਣ ਜਾਗ ਪਏ ਹਨ ਤੇ ਉਹਨਾਂ ਨੂੰ ਬਹੁਤੀ ਦੇਰ ਗੁਲਾਮ ਬਣਾ ਕੇ ਨਹੀਂ ਰੱਖ ਸਕਦੇ।
अक्सर गाਉਂਦੇ सन, सरफरोशी की तमन्ना अब हमारे दिल में है, देखना है जोर कितना बाजुए कातिल में है। ਉਸ ਤੋਂ ਬਾਅਦ ਫਾਂਸੀ ਦੀ ਸਜ਼ਾ 23 ਮਾਰਚ 1931 ਨੂੰ ਇਹਨਾਂ ਨੂੰ ਫਾਂਸੀ ਤੇ ਲਟਕਾ ਦਿੱਤਾ ਗਿਆ ਤੇ ਲਾਸ਼ਾਂ ਫਿਰੋਜ਼ਪੁਰ ਦੇ ਨੇੜੇ ਹੁਸੈਨੀਵਾਲਾ ਵਿਖੇ ਲਿਜਾ ਕੇ ਸਤਲੁਜ ਦਰਿਆ ਵਿੱਚ ਬਹਾ ਦਿੱਤੀਆਂ ਗਈਆਂ। ਆਪ ਦੀ ਸਮਾਧੀਆਂ ਹੁਸੈਨੀਵਾਲਾ ਵਿਖੇ ਬਣਾਈਆਂ ਗਈਆਂ ਹਨ, ਜਿੱਥੇ ਹਰ ਸਾਲ 23 ਮਾਰਚ ਨੂੰ ਇਹਨਾਂ ਕੌਮੀ ਸ਼ਹੀਦਾਂ ਦੀ ਯਾਦ ਵਿੱਚ ਮੇਲਾ ਲੱਗਦਾ ਹੈ। ਸਾਰਾਂਸ਼ ਇਹਦੇ ਵਿੱਚ ਪੂਰਾ ਹੀ ਐਸੇ ਦਾ ਜਿੰਨਾ ਵੀ ਨਿਚੋੜਾ ਉਹ ਦੱਸਿਆ ਜਾਂਦਾ ਹੈ। ਇਸ ਤਰ੍ਹਾਂ ਭਗਤ ਸਿੰਘ ਨੇ ਆਪਣਾ ਜੀਵਨ ਦੇਸ਼ ਦੇ ਲੇਖੇ ਲਾ ਦਿੱਤਾ। ਅੰਗਰੇਜ਼ ਸਰਕਾਰ ਇਹਨਾਂ ਦੀ ਨਿਡਰਤਾ, ਦਲੇਰੀ, ਸੱਚੀ ਦੇਸ਼ ਭਗਤੀ ਦੇਖ ਕੇ ਹੈਰਾਨ ਹੁੰਦੀ ਹੈ। ਆਪ ਦੇ ਬਲੀਦਾਨ ਨੂੰ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਂਦਾ रहेगा। शहीदों की चिताओं पर लगेंगे हर बरस मेले, वतन पे मिटने वालों का बाकी यही निशा होगा। बेटा सारा ऐसे तुसी अपने हिसाब नाल अपने वर्ड्स ਦੇ ਵਿੱਚ ਵੀ ਤੁਸੀਂ ਕਰ ਸਕਦੇ ਹੋ ਪੂਰਾ ਐਸੇ ਦਾ, ਠੀਕ ਹੈ। ਔਰ ਉਸ ਤੋਂ ਬਾਅਦ ਇਹ ਤੁਸੀਂ ਜਿਹੜਾ ਐਸੇ ਆ ਬੁੱਕ ਦੇ ਵਿੱਚ ਹੀ ਰਹਿਣ ਦੇਣਾ, ਇਹਨੂੰ ਕਾਪੀ ਦੇ ਵਿੱਚ ਨਹੀਂ ਕਰਨਾ। ਤੁਸੀਂ ਬੁੱਕ ਦੇ ਵਿੱਚੋਂ ਹੀ ਯਾਦ ਕਰੋਗੇ। ਔਰ ਜਿਸ ਤਰ੍ਹਾਂ ਇਹਨਾਂ ਦੇ ਪੈਰੇ ਬਣਾਏ ਗਏ ਆ, ਪੈਰਿਆਂ ਨੂੰ ਵੀ ਤੁਸੀਂ ਬੜੇ ਸਹੀ ਢੰਗ ਦੇ ਨਾਲ ਔਰ ਚੰਗੇ ਤਰ੍ਹਾਂ ਨਾਲ ਸੋਹਣੀ ਰਾਈਟਿੰਗ ਦੇ ਵਿੱਚ ਪੇਪਰਾਂ ਦੇ ਵਿੱਚ ਤੁਸੀਂ ਕਰਨਾ ਹੈ। ਇਹਨੂੰ ਕਾਪੀ ਦੇ ਉੱਤੇ ਨਹੀਂ ਕਰਨਾ ਹੈ, ਇਹਨੂੰ ਬੁੱਕ ਦੇ ਉੱਤੇ ਹੀ ਟਿਕ ਕਰੋ ਔਰ ਆਪਣੇ ਉੱਥੇ ਲਿਖ ਲਓ 31 ਮਈ 2020 ਫਸਟ ਟਰਮ, ਠੀਕ ਹੈ। ਪੇਪਰਾਂ ਦੇ ਵਿੱਚ ਦੋਵੇਂ ਹੀ ਐਸੇ ਆਣਗੇ। ਦੂਸਰਾ ਐਸੇ ਮੈਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਕਰਵਾਵਾਂਗੀ। ਓਕੇ।